परम सन्मानयोग गुरु रूप खालसा साध संगत जी, वाहिगुरु जी का खालसा वाहिगुरु जी की फतेह। ਅੱਜ ਆਪ ਸਾਰੇ ਸੰਸਾਰ ਵਿੱਚ ਵਸਦੀਆਂ ਕਲਗੀਧਰ ਪਿਤਾ ਨੀਲੰਬਰ ਧਾਰੀ ਸ਼ਸਤਰ ਧਾਰੀ ਮਹਾਕਾਲ ਦਾ ਸਰੂਪ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ, ਸ਼੍ਰੀ ਸਰਬਲੋਹ ਗ੍ਰੰਥ ਸਰੂਪ ਦੇ ਰਚਨਹਾਰ ਸਰਬੰਸ ਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਿਆਰ ਵਾਲੇ ਅਤੇ ਦਸ਼ਮੇਸ਼ ਪਿਤਾ ਜੀ ਦੀ ਬਾਣੀ ਨੂੰ ਪਿਆਰ ਕਰਨ ਵਾਲੇ ਸਿੱਖ ਸੰਗਤਾਂ ਦੇ ਅੱਜ ਦਾਸ ਰੂਬਰੂ ਹੋਣ ਲੱਗਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਿੱਥੇ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਰਚਨਾ ਕੀਤੀ, ਉੱਥੇ ਸਤਿਕਾਰਯੋਗ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਸ਼੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਵੀ ਸ਼੍ਰੀ ਸੱਚਖੰਡ ਹਜੂਰ ਸਾਹਿਬ ਜੀ ਦੀ ਧਰਤੀ ਸ਼੍ਰੀ ਸਰਬਲੋਹ ਬੁੰਗਾ ਵਿਖੇ ਸਤਿਗੁਰਾਂ ਨੇ ਪਾਵਨ ਬਾਣੀ ਦੀ ਰਚਨਾ ਕੀਤੀ। ਔਰ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬਹੁਤ ਸਾਰੇ ਆਪਣੇ ਸ਼੍ਰੀ ਮੁਖਵਾਕ ਜੋ ਸਾਧ ਸੰਗਤ ਜੀ ਸਤਿਗੁਰਾਂ ਦੇ ਨਾਲ 52 ਵਿਦਵਾਨ ਕਵੀ ਜਨ ਸਤਿਗੁਰਾਂ ਦੇ ਦਰਸ਼ਨ ਦੀਦਾਰ ਔਰ ਸਤਿਗੁਰਾਂ ਦੇ ਕੱਲੇ ਕੱਲੇ ਬੋਲ ਨੂੰ ਆਪਣੇ ਕਲਮ ਨਾਲ ਕਲਮਬੱਧ ਕਰਦੇ ਸਨ। ਉੱਥੇ ਹੋਰ ਬਹੁਤ ਸਾਰੀ ਪਵਿੱਤਰ ਸਤਿਗੁਰਾਂ ਦੀ ਸ਼੍ਰੀ ਮੁਖਵਾਕ ਬਾਣੀ ਜੋ ਸਾਧ ਸੰਗਤ ਜੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਵਿੱਚ ਨਾ ਦਰਜ ਹੋ ਸਕੀ। ਔਰ ਇਹ ਬਾਣੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਹੀ ਮੰਨੀ ਜਾਂਦੀ ਹੈ, ਜਿਵੇਂ ਕਿ ਉਗਰਦੰਤੀ ਦਾ ਜਾਪ ਔਰ ਸ਼੍ਰੀ ਬ੍ਰਹਮ ਕਵਚ ਜੀ ਦਾ ਜਾਪ। ਸਾਧ ਸੰਗਤ ਜੀ, ਅੱਜ ਦਾਸ ਆਪ ਸੰਗਤਾਂ ਦੇ ਸਨਮੁਖ ਬਾਣੀ ਸ਼੍ਰੀ ਬ੍ਰਹਮ ਕਵਚ ਦੀ ਸੰਖੇਪ ਵਿੱਚ ਵਿਚਾਰ ਸਾਂਝੀ ਕਰਾਂਗਾ ਕਿ ਕਿਉਂਕਿ ਕੁਝ ਸਮੇਂ ਤੋਂ ਇਸ ਪਾਵਨ ਬਾਣੀ ਪ੍ਰਤੀ ਕੁਝ ਕੁ ਵਿਦਵਾਨਾਂ ਨੇ ਸ਼ੰਕੇ ਜਤਾ ਦਿੱਤੇ ਨੇ ਔਰ ਇਹਨਾਂ ਸ਼ੰਕਿਆਂ ਕਾਰਨ ਸਤਿਕਾਰਯੋਗ ਸਾਧ ਸੰਗਤ ਜੀ ਖਾਲਸੇ ਪੰਥ ਵਿੱਚ ਨਿਰਮਲੇ ਪੰਥ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਔਰ ਸਿੱਖ ਪੰਥ ਦੀ ਮਹਾਨ ਸੰਸਥਾ ਟਕਸਾਲ ਦਮਦਮੀ ਟਕਸਾਲ ਦੇ ਵਿਦਵਾਨਾਂ ਦੇ ਵਿੱਚ ਕਈ ਵਿਚਾਰਾਂ ਚੱਲ ਪਈਆਂ ਨੇ, ਕਿਉਂਕਿ ਹਰ ਰੋਜ਼ ਜਿੱਥੇ ਗੁਰੂ ਕੇ ਪੰਥ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਿੱਚ ਔਰ ਬੁੱਢਾ ਦਲ ਤੋਂ ਥਾਪੀਆਂ ਗਈਆਂ 12 ਮਿਸਲਾਂ ਵਿੱਚ ਜਥੇਬੰਦੀਆਂ ਵਿੱਚ ਸ਼੍ਰੀ ਬ੍ਰਹਮ ਕਵਚ ਬਾਣੀ ਦਾ ਜਾਪ ਹੁੰਦਾ ਹੈ, ਉੱਥੇ ਸਤਿਕਾਰਯੋਗ ਸਾਧ ਸੰਗਤ ਜੀ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਵੀ ਬਹੁਤ ਸਾਰੇ ਪੁਰਾਤਨ ਗੁਰਸਿੱਖ ਪਰਿਵਾਰ ਇਸ ਪਾਵਨ ਬਾਣੀ ਦਾ ਜਾਪ ਨਿਤਨੇਮ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਕਰਦੇ ਨੇ। ਸਾਧ ਸੰਗਤ ਜੀ, ਇਸੇ ਤਰ੍ਹਾਂ ਹੀ ਇਹ ਪਾਵਨ ਬਾਣੀ ਦਾ ਜਾਪ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵੀ ਬਹੁਤ ਸਾਰੇ ਪੁਰਾਤਨ ਗੁਰਸਿੱਖ ਪਰਿਵਾਰ ਨਿਤਨੇਮ ਦੇ ਨਾਲ ਕਰਦੇ ਨੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਵਿਸ਼ਵ ਪੰਜਾਬ। ਸਾਧ ਸੰਗਤ ਜੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੋਂ ਥਾਪੀਆਂ ਗਈਆਂ 12 ਮਿਸਲਾਂ ਔਰ ਰੰਗਰੇਟੇ ਗੁਰੂ ਕੇ ਬੇਟੇ ਜਥੇਬੰਦੀਆਂ ਵਿੱਚ ਅਤੇ ਪੁਰਾਤਨ ਟਕਸਾਲ ਦੇ ਵਿਦਵਾਨਾਂ ਦੀ ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ ਬ੍ਰਹਮ ਕਵਚ ਇਹ ਪਾਵਨ ਬਾਣੀ ਹੈ।
ਔਰ ਗੁਰੂ ਸਾਹਿਬ ਤੋਂ ਵਰਸਾਏ ਹੋਏ ਨਿਰਮਲ ਪੰਥ, ਉਦਾਸੀਨ ਪੰਥ ਤੇ ਹੋਰ ਸੰਪਰਦਾਵਾਂ ਵਿੱਚ ਪਿਆਰ ਨਾਲ ਇਸ ਬਾਣੀ ਦਾ ਜਾਪ ਹੁੰਦਾ ਹੈ। ਜੋ ਕਿ ਖਾਲਸਾ ਪੰਥ ਵਿੱਚ ਅੱਜ ਤੋਂ ਨਹੀਂ, ਪਿਛਲੇ 3.5 ਸਦੀਆਂ ਤੋਂ ਇਸ ਬਾਣੀ ਦਾ ਜਾਪ ਸੀਨਾ ਬਸੀਨਾ ਸਾਧ ਸੰਗਤ ਜੀ ਹੁੰਦਾ ਆ ਰਿਹਾ ਹੈ। ਸੋ ਆਓ ਦਾਸ ਆਪ ਸੰਗਤਾਂ ਦੇ ਨਾਲ ਸ਼੍ਰੀ ਬ੍ਰਹਮ ਕਵਚ ਬਾਣੀ ਦੀ ਸੰਖੇਪ ਵਿੱਚ ਵਿਚਾਰ ਬਚਨ ਸਾਂਝੇ ਕਰੇਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਪਾਵਨ ਇਸ ਗੁਰਬਾਣੀ ਦੀ ਆਰੰਭਤਾ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ਼੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿਆ ਤੇ ਇਸ ਪਾਵਨ ਬਾਣੀ ਦੀ ਆਰੰਭਤਾ ਮੰਗਲਾਚਰਨ ਤੋਂ ਆਰੰਭ ਹੁੰਦੀ ਹੈ, ਜਿਸ ਬਾਣੀ ਵਿੱਚ ਸ਼ਕਤੀਆਂ ਦਾ ਜ਼ਿਕਰ ਮਹਾਰਾਜ ਕਹਿੰਦੇ ਨੇ ਕਿ ਕਰਨ ਜਾ ਰਹੇ ਨੇ। ਆਖਿਰ ਉਹਨਾਂ ਸਾਰੀਆਂ ਸ਼ਕਤੀਆਂ ਦਾ ਮਾਲਕ ਆਪ ਅਕਾਲ ਪੁਰਖ ਇੱਕ ਹੀ ਹੈ ਅਤੇ ਉਸ ਦੀ ਸਦਾ ਫਤਿਹ ਹੈ, ਸਦਾ ਜਿੱਤ ਹੈ। ਇਸ ਪਾਵਨ ਬਾਣੀ ਨੂੰ ਪੜ੍ਹਨ ਵਾਲੇ ਆਦਿ ਸ਼ਕਤੀ ਸਹਾਇਤਾ ਕਰਦੀ ਹੈ ਤੇ ਇਹ ਬਾਣੀ ਰੱਖਿਆ ਦਾ ਕਵਚ ਬਣਦੀ ਹੈ। ਪਾਤਸ਼ਾਹੀ ਦਸਵੇਂ ਪਾਤਸ਼ਾਹ ਜੀ ਦੇ ਸਿਰਲੇਖ ਹੇਠ ਇਹ ਪਾਵਨ ਬਾਣੀ ਦੀ ਆਰੰਭਤਾ ਹੈ ਜੀ। ਖੜਗ ਖੰਡਾ ਅਸੀਂ ਅਰਗਰ ਧਰਮ ਰਛ ਤਗ ਛਤਰੀ, ਭਾਵ ਕਿ ਪਰਮਾਤਮਾ ਦੀਆਂ ਸ਼ਕਤੀਆਂ ਦਾ ਇਹ ਬਾਣੀ ਜ਼ਿਕਰ ਕਰਦੀ ਹੈ। ਖੜਗ ਤੇਗਾ ਖੰਡਨ ਕਰਨ ਵਾਲਾ, ਵੈਰੀਆਂ ਦਾ ਖੰਡਨ ਕਰਦਾ ਹੈ। ਖੰਡਾ ਦੁਧਾਰਾ ਸ਼ਸਤਰ, ਸਾਰੇ ਸ਼ਸਤਰਾਂ ਦਾ ਸ਼੍ਰੋਮਣੀ ਮਰਦ ਸ਼ਸਤਰ, ਜਿਸ ਸ਼ਸਤਰ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਕਿ ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ, ਕਿ ਪਹਿਲਾਂ ਖੰਡੇ ਦੀ ਸਾਜਨਾ ਹੋਈ, ਫਿਰ ਸਾਰੇ ਸੰਸਾਰ ਦੀ ਉਤਪਤੀ। ਖੰਡਾ ਸ਼ਬਦ ਹੈ ਸ਼ਸਤਰਾਂ ਦਾ ਸ਼੍ਰੋਮਣੀ ਸ਼ਸਤਰ। ਅਸੀਂ ਅਰਗਰ ਸ਼ਸਤਰਧਾਰੀ, ਜੋ ਜੰਗ ਮੈਦਾਨ ਅੰਦਰ ਵੈਰੀਆਂ ਦਾ ਨਾਸ਼ ਕਰਨ ਵਾਲਾ ਹੈ। ਧਰਮ ਵਿੱਚ ਪ੍ਰਪੱਕ ਰਹਿਣ ਵਾਲਾ ਸ਼ਸਤਰਧਾਰੀ ਉਹ ਸੂਰਮਾ ਹੈ ਜੋ ਸੂਰਮੇ ਸ਼ਸਤਰਾਂ ਦੇ ਨਾਲ ਪਿਆਰ ਕਰਦੇ ਨੇ। ਵਿਸ਼ਵਪਾਲ ਭੂਪਾਲ ਪਛ ਪਲ ਪਛ ਰਣ ਕੱਛ ਅਤਰੀ, ਵਿਸ਼ਵ ਦੀ ਪਾਲਣਾ ਕਰਨ ਵਾਲਾ, ਜਗਤ ਦੇ ਰਾਜਿਆਂ ਦੀ ਸੰਭਾਲ ਕਰਨ ਵਾਲੇ ਤੇ ਉਹਨਾਂ ਤੋਂ ਖੋਣ ਵਾਲੇ ਦੀ ਸਮਰੱਥਾ ਰੱਖਣ ਵਾਲਾ, ਮੂਰਖਾਂ ਦਾ ਖਾਤਮਾ ਕਰਨ ਵਾਲਾ ਹੈ। ਤੇ ਸੂਰਮੇ ਉਸ ਦੀ ਦਿੱਤੀ ਸ਼ਸਤਰਾਂ ਦੀ ਸ਼ਕਤੀ ਨੂੰ ਹੱਥ ਵਿੱਚ ਫੜ ਕੇ ਜੰਗ ਮੈਦਾਨ ਅੰਦਰ ਫਤਿਹ ਪ੍ਰਾਪਤ ਕਰਦੇ ਨੇ, ਜਿੱਤ ਪ੍ਰਾਪਤ ਕਰਦੇ ਨੇ। ਰਾਜਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ। ਕਥਨ ਹੈ ਕਿ ਰੰਕਾਂ ਨੂੰ ਰਾਜ ਭਾਗ ਮਾਣ ਬਖਸ਼ਣ ਵਾਲਾ ਹੈ, ਵੱਡੇ ਪ੍ਰਤਾਪ ਵਾਲਾ ਹੈ। ਉਸ ਦੀ ਸ਼ਕਤੀ ਸਾਰੇ ਸੰਸਾਰ ਦੀ ਰਾਣੀ ਹੈ ਤੇ ਉਸ ਸ਼ਕਤੀ ਦਾ ਰਾਜ ਹੀ ਇਸ ਸਾਰੇ ਸੰਸਾਰ ਵਿੱਚ ਹੈ। ਸ਼ਕਤ ਬ੍ਰਹਮਣੀ ਵਿਸ਼ਨਵੀ ਭਵਾਨੀ, ਤੂੰ ਤਰਵਾਰ ਹੈ। ਤੂੰ ਦੁਰਗਾ, ਬ੍ਰਹਮਾ ਦੀ ਇਸਤਰੀ, ਵਿਸ਼ਨੂੰ ਦੀ ਇਸਤਰੀ, ਸ਼ਿਵ ਦੀ ਇਸਤਰੀ ਪਾਰਵਤੀ, ਇਹਨਾਂ ਸ਼ਕਤੀਆਂ ਨੂੰ ਸਾਜਣਹਾਰ ਹੈ, ਰਚਣ ਵਾਲਾ ਹੈ। ਇਹਨਾਂ ਸਾਰੀਆਂ ਸ਼ਕਤੀਆਂ ਨੂੰ ਸਾਜ ਕਰਕੇ हे ਪ੍ਰਮਾਤਮਾ, ਤੂੰ ਆਪ ਹੀ ਇਹਨਾਂ ਦੇ ਸਿਰ ਉੱਪਰ ਆਪਣੇ ਹੁਕਮ ਦੀ ਕਾਰ ਚਲਾਉਂਦਾ ਪਿਆ ਹੈ। ਨਿਤ ਜੋਤੀ ਮੁਕਤਦਾਇਕ ਧਾਰਾ ਧਰ ਕਿਰਪਾਨ ਹੈ।
ਜਰਰੇ ਜਰਰੇ ਵਿੱਚ ਪ੍ਰਕਾਸ਼ ਹੋਣ ਵਾਲੀ ਜੋਤ, ਮੁਕਤੀ ਦੇਣ ਵਾਲੀ ਸ਼ਕਤੀ ਆਪ ਹੀ ਕਿਰਪਾਨ ਰੂਪ ਤੂੰ ਹੀ ਹੈ। ਚੰਡਕਾ ਮ੍ਰਿਤ ਜਗਤ ਜਨਨੀ, ਕਾਲਕਾ ਗੁਣ ਖਾਨ ਹੈ। ਕਰੂਰ ਦੈਤਾਂ ਨੂੰ ਮਿੱਟੀ ਵਿੱਚ ਮਿਲਾਉਣ ਵਾਲੀ, ਸੰਸਾਰ ਨੂੰ ਜਨਮ ਦੇਣ ਵਾਲੀ ਤੂੰ ਗੁਣਾਂ ਦੀ ਖਾਨ ਹੈ। ਅਕਾਲ ਜੋਤੀ ਨਿਹਕਲੰਕਾ, ਮਹਾਬਲੀ ਤ੍ਰਿਤਮਾਨ ਹੈ। ਨਾ ਨਾਸ਼ ਹੋਣ ਵਾਲੀ ਜੋਤ ਹੈ, ਉਸ ਨੂੰ ਕਲੰਕ ਕੋਈ ਨਹੀਂ, ਤੇ ਸਰਬ ਸ਼ਕਤੀਆਂ ਦਾ ਉਹ ਪਰਮਾਤਮਾ ਮਾਲਕ ਹੈ। ਭਵਮਾਨ ਕਾ ਖਲਹਾਨ ਕਾ, ਰਤਪਾਨ ਕਾ ਜਗਮਾਨ ਹੈ। ਸਾਰਾ ਹੀ ਸੰਸਾਰ ਇਸ ਸ਼ਸਤਰਾਂ ਦੀ ਸ਼ਕਤੀ ਨੂੰ ਮਾਣ ਦਿੰਦਾ ਹੈ, ਸਤਿਕਾਰ ਕਰਦਾ ਹੈ, ਕਿਉਂਕਿ ਇਹ ਸਾਰੇ ਸੰਸਾਰ ਨੂੰ ਗਿਆਨ ਹੈ ਕਿ ਇਸ ਤੋਂ ਬਗੈਰ ਕਿਤੇ ਵੀ ਕਿਸੇ ਵੀ ਕਿੱਤੇ ਵਿੱਚ ਫਤਿਹ ਨਹੀਂ ਹਾਸਲ ਹੋਵੇਗੀ, ਜਿੱਤ ਨਹੀਂ ਪ੍ਰਾਪਤ ਹੋ ਸਕਦੀ। ਮੇਰੇ ਪਾਤਸ਼ਾਹ ਜੀ ਨੇ 32 ਨਾਵਾਂ ਦਾ, ਅਕਾਲ ਪੁਰਖ ਦੀਆਂ ਸ਼ਕਤੀਆਂ ਦਾ ਵਰਣਨ ਕੀਤਾ ਹੈ, ਔਰ ਇਸ ਜਾਪ ਨੂੰ ਜਪਣ ਦਾ ਮੇਰੇ ਪਾਤਸ਼ਾਹ ਜੀ ਮਹਾਤਮ ਦੱਸਦੇ ਨੇ ਕਿ ਇਸ ਬਾਣੀ ਵਿੱਚ ਆਏ 32 ਨਾਮਾਂ ਦਾ ਜੋ ਮੰਤਰ ਹੈ, ਮਹਾਰਾਜ ਉਸ ਦਾ ਲਾਭ ਦੱਸਦੇ ਨੇ ਕਿ ਇਸ ਬ੍ਰਹਮ ਕਵਚ ਬਾਣੀ ਨੂੰ ਵਿਧੀ ਅਨੁਸਾਰ ਜਾਪ ਕਰਨ ਵਾਲੇ ਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਵੇਗੀ, ਸੰਸਾਰ ਤੇ ਜਿੱਤ ਪ੍ਰਾਪਤ ਹੋਵੇਗੀ, ਨਿਰੰਕਾਰ ਤੱਕ ਦਾ ਰਾਸਤਾ ਸਫਲਾ ਹੋਵੇਗਾ। ਔਰ ਇਹ ਬਾਣੀ ਇਸ ਸੰਸਾਰ ਵਿੱਚ ਧਨ ਪਦਾਰਥਾਂ ਵਿੱਚ ਅਤੁੱਟਤਾ ਹੀ ਬਖਸ਼ੇਗੀ, ਧਨ ਪਦਾਰਥ ਅੰਦਰ ਬਰਕਤ ਬਖਸ਼ੇਗੀ, ਕਿਉਂਕਿ ਧਨ ਤੋਂ ਬਗੈਰ ਇਸ ਸੰਸਾਰ ਵਿੱਚ ਗੁਜ਼ਾਰਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬਲੋਕ ਗ੍ਰੰਥ ਵਿੱਚ ਕਥਨ ਕਰਦੇ ਨੇ ਕਿ ਆਦ ਭਵਾਨੀ ਈਸ਼ਵਰੀ ਮਾਇਆ ਜਾਕੋ ਨਾਮ, ਇਨ ਬਿਨ ਸਰੈ ਨ ਏਕ ਛਿਨ ਪੂਰਨ ਹੋਤ ਨ ਕਾਮ। ਮਾਇਆ ਤੋਂ ਬਗੈਰ ਕੋਈ ਵੀ ਕਾਰਜ ਸੰਸਾਰ ਵਿੱਚ ਪੂਰਾ ਨਹੀਂ ਹੁੰਦਾ। ਇਸ ਲਈ ਇਹ ਬ੍ਰਹਮ ਕਵਚ ਦੀ ਬਾਣੀ ਦਾ ਜਾਪ ਵਿਧੀ ਅਨੁਸਾਰ ਕਰਨ ਵਾਲੇ ਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ, ਬੁੱਧ ਵਿਦਿਆ ਦੀ ਦਾਤ, ਗ੍ਰੰਥਾਂ ਦਾ ਗਿਆਨ, ਪਦਾਰਥਾਂ ਵਿੱਚ ਬਰਕਤਾਂ ਔਰ ਧਨ ਮਾਇਆ ਦੀ ਪ੍ਰਾਪਤੀ, ਔਰ ਸੰਸਾਰ ਦਾ ਸਾਰਾ ਸਫ਼ਰ ਨਿਰਵਿਘਨਤਾ ਸਹਿ ਤੈਅ ਕਰਕੇ ਨਿਰੰਕਾਰ ਤੱਕ ਮਨੁੱਖ ਪਹੁੰਚ ਜਾਂਦਾ ਹੈ। ਮਹਾਰਾਜ ਕਥਨ ਕਰਦੇ ਨੇ ਕਿ ਇਹ ਕਵਚ ਬ੍ਰਹਮਾ ਕੋ 32 ਪੜ੍ਹੈ, ਜੋ ਨਿਤ ਛਤਰੀ, ਛਤਰੀ ਦਾ ਭਾਵ ਹੈ ਸ਼ਸਤਰਧਾਰੀ ਸੂਰਮਾ, ਰਣਜੀਤ ਲਹੈ ਨਿਰਭੀਤ ਰਹੈ, ਰਿੱਧ ਸਿੱਧ ਪਾਵੈ ਅਤਰੀ, ਲਹਿ ਬੇਦ ਭੇਦ ਜੋ ਪੜ੍ਹੈ ਵਿਪਰ, ਬੈਸ ਧਨ ਸੁਖ ਸੰਪਤਾ, ਧਨ ਧਾਮ ਤਨ ਆਰੋਗ, ਸੂਦਰ ਪਾਏ ਸੁਖ ਅਕੰਪਤਾ। ਮਹਾਰਾਜ ਕਥਨ ਕਰਦੇ ਨੇ ਕਿ ਇਹ ਬੋਲਾ ਹਰ ਗੋਬਿੰਦ ਕਾ, ਸੁਨੋ ਖਾਲਸਾ ਵੀਰ, ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ। ਕਿਉਂਕਿ ਖਾਲਸਾ ਪੰਥ ਸਾਧ ਸੰਗਤ ਜੀ ਇਹਨਾਂ ਸ਼ਸਤਰਾਂ ਨੂੰ ਹੱਥ ਵਿੱਚ ਪਕੜ ਕੇ ਜੰਗ ਮੈਦਾਨ ਵਿੱਚ ਫਤਿਹ ਪਾਉਂਦਾ ਰਿਹਾ ਹੈ, ਪਾਉਂਦਾ ਪਿਆ ਹੈ ਤੇ ਪਾਉਂਦਾ ਰਹੇਗਾ, ਕਿਉਂਕਿ ਖਾਲਸਾ ਪੰਥ ਛਤਰੀ ਹੈ। ਛਤਰੀ ਕਹਿੰਦੇ ਨੇ ਸ਼ਸਤਰਧਾਰੀ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰਧਾਰੀ ਪੰਥ ਦਾ ਜ਼ਿਕਰ ਸਰਬਲੋਹ ਗ੍ਰੰਥ ਸਾਹਿਬ ਵਿੱਚ ਕਥਨ ਕਰਦੇ ਨੇ। ਅਕਾਲ ਉਪਾਸਕ ਛਤਰੀ ਧਰਮਾ, ਰਣ ਕਟ ਕਸ ਪ੍ਰਧਾਨ ਐ, ਤਾਮਹਿ ਪੰਚ 40 ਪਰਵਾਨਾ, ਪੰਚ ਪ੍ਰਧਾਨ ਖਾਲਸਾ ਠੈ। ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਪ੍ਰੈ, ਪੰਚਮ ਖਾਲਸਾ ਸਤਿਗੁਰ ਪੂਰਾ, ਜਿਨ ਇਹ ਪੰਥ ਸੋ ਪੰਥ ਪ੍ਰਗਟੈ। 40 ਨਰ ਇਹ ਬੀਜ ਖਾਲਸਾ, ਮੁਕਤੇ ਪਾਵਨ ਸਿੰਘ ਬਲੀ,
ਮਾਤ ਭਗਉਤੀ ਪਿਤਾ ਅਕਾਲ ਪੁਰਖ ਗੋਦ ਲਿਓ ਦੈ ਖਾਸ ਭਲੀ। ਭਗਉਤੀ ਮਾਤਾ ਸ਼੍ਰੀ ਸਾਹਿਬ। ਅਰਦਾਸ ਵਿੱਚ ਪਹਿਲਾਂ ਸ਼੍ਰੀ ਸਾਹਿਬ ਭਗਉਤੀ ਦਾ ਹੀ ਨਾਮ ਆਉਂਦਾ ਹੈ। ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। 3 ਪਹਿਲਾਂ ਅਰਦਾਸ ਵਿੱਚ ਨਾਮ ਆਉਂਦਾ ਹੈ ਭਗਉਤੀ ਸ਼ਬਦ ਦਾ। ਮਹਾਰਾਜ ਕਥਨ ਕਰਦੇ ਨੇ ਕਿ ਮਾਤ ਭਗਉਤੀ ਖਾਲਸੇ ਪੰਥ ਇਹਨਾਂ ਛਤਰੀਆਂ ਸ਼ਸਤਰਧਾਰੀ ਸੂਰਮਿਆਂ ਦੀ ਮਾਤਾ, ਖਾਲਸੇ ਪੰਥ ਦੀ ਮਾਤਾ ਸ਼੍ਰੀ ਸਾਹਿਬ ਹੈ। ਤੇ ਪਿਤਾ ਅਕਾਲ ਪੁਰਖ, ਪਿਤਾ ਉਹ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਹੈ। ਗੋਦ ਲਿਓ ਦੈ ਖਾਸ ਭਲੀ, ਜਿਸ ਨੇ ਗੋਦ ਵਿੱਚ ਵਿਸ਼ੇਸ਼ ਤੌਰ ਤੇ ਖਾਲਸੇ ਪੰਥ ਨੂੰ ਲੈਣਾ ਕੀਤਾ ਹੈ। ਸਕਲ ਭਰਮ ਪਰ ਹਰ ਕਰ ਹਰ ਜਨ ਸਤਨਾਮ ਸੁਚ ਮੰਤਰ ਬਲੀ। ਆਪ ਜਪਤ ਅਰ ਜਗਤ ਜਪਾਵਤ ਭਗਤ ਸ਼ਿਰੋਮਣ ਮਾਹੇ ਕਲੀ। ਇੱਥੇ ਹੀ ਬਸ ਨਹੀਂ। ਸਤਿਕਾਰਯੋਗ ਸਾਧ ਸੰਗਤ ਜੀ, ਸ਼ਸਤਰਧਾਰੀ ਹੋਣ ਦਾ ਖਾਲਸੇ ਪੰਥ ਦਾ ਪ੍ਰਤੀਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਾਉਂਦੇ ਨੇ। ਕਹਿੰਦੇ ਨੇ ਕਿ ਛਤਰੀ ਕਾ ਪੂਤ ਹਉ ਬਾਮਣ ਕੋ ਨਹਿ ਕਹਿ ਤਪ ਆਵਤ ਹੈ ਜੋਰ ਕਰੋ। ਸਤਿਕਾਰਯੋਗ ਸਾਧ ਸੰਗਤ ਜੀ, ਇਸ ਲਈ ਸ਼੍ਰੀ ਬ੍ਰਹਮ ਕਵਚ ਬਾਣੀ ਦਾ ਜਾਪ ਖਾਲਸੇ ਪੰਥ ਅੰਦਰ ਸ਼ਸਤਰਾਂ ਦੀ ਪੂਜਾ, ਅਕਾਲ ਪੁਰਖ ਪਰਮਾਤਮਾ ਦੀ ਉਸਤਤ ਹੈ। 3.5 ਸਦੀਆਂ ਤੋਂ ਇਹ ਜਾਪ ਖਾਲਸੇ ਪੰਥ ਵਿੱਚ ਹੁੰਦਾ ਆ ਰਿਹਾ ਹੈ। ਮੈਂ ਬੇਨਤੀ ਕਰਦੇ ਹਾਂ ਕਿ ਕਈ ਸੱਜਣ ਕਹਿ ਦਿੰਦੇ ਨੇ, ਤਰਕਵਾਦੀ ਕਹਿ ਦਿੰਦੇ ਨੇ ਕਿ ਇਸ ਦਾ ਪ੍ਰਮਾਣ ਕੋਈ ਨਹੀਂ। ਖਾਲਸਾ ਪੰਥ ਪ੍ਰਤੱਖ ਪ੍ਰਮਾਣ ਹੈ। ਇਸ ਤੋਂ ਵੱਡਾ ਪ੍ਰਮਾਣ ਸੰਸਾਰ ਵਿੱਚ ਇਹ ਗੱਲ ਸਪਸ਼ਟ ਕਰਨ ਦਾ ਹੋਰ ਕੋਈ ਨਹੀਂ ਕਿ ਬ੍ਰਹਮ ਕਵਚ ਬਾਣੀ ਸਤਿਗੁਰਾਂ ਦੀ ਬਾਣੀ ਨਹੀਂ। ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਚੱਕਰਵਰਤੀ ਨਿਹੰਗ ਸਿੰਘਾਂ ਵਿਸ਼ਵ ਪੰਜਾਬ ਪੰਜਵਾਂ ਤਖਤ ਪੰਥ ਵਿੱਚ ਇਸ ਬਾਣੀ ਦਾ ਜਾਪ ਰੋਜ਼ ਨਿਤਨੇਮ ਅਨੁਸਾਰ ਹੁੰਦਾ ਹੈ। ਫਿਰ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਦਲ ਪੰਥ ਦੇ ਅੰਦਰ, ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਹਰੀਆਂ ਬੇਲਾ ਸਾਹਿਬ ਜਥੇਬੰਦੀ ਦਲ ਪੰਥ ਦੇ ਅੰਦਰ, ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦਲ ਪੰਥ ਦੇ ਅੰਦਰ, ਮਿਸਲ ਬਾਬਾ ਵੀਰ ਸਿੰਘ ਜੀ ਸ਼ਹੀਦ ਨੌਰੰਗਾਬਾਦੀ ਝਾੜ ਸਾਹਿਬ ਵਾਲੇ ਦਲ ਪੰਥ ਦੇ ਅੰਦਰ, ਗੁਰੂ ਨਾਨਕ ਦਲ ਮੜੀਆਂ ਵਾਲਾ, ਤਰਨਾ ਦਲ ਭਿੱਖੀਵਿੰਡ, ਤਰਨਾ ਦਲ ਮਹਿਤਾ ਚੌਂਕ, ਤਰਨਾ ਦਲ ਖਿਆਲਾ ਸਾਹਿਬ, ਸ਼੍ਰੀ ਦਸ਼ਮੇਸ਼ ਤਰਨਾ ਦਲ ਬਾਬਾ ਵੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ, ਮਾਲਵਾ ਤਰਨਾ ਦਲ, ਮਿਸਲ ਬਾਬਾ ਬਘੇਲ ਸਿੰਘ ਜੀ ਤਰਨਾ ਦਲ, ਮਿਸਲ ਬਾਬਾ ਜੀਵਨ ਸਿੰਘ ਜੀ ਵੱਲਾ ਵੇਰਕਾ। ਸਾਧ ਸੰਗਤ ਜੀ, ਇਹਨਾਂ ਮਿਸਲਾਂ ਵਿੱਚ ਆਦਿ ਤੋਂ ਹੀ ਇਹ ਜਾਪ ਹੁੰਦਾ ਆ ਰਿਹਾ ਹੈ ਤੇ ਹੁੰਦਾ ਹੈ ਤੇ ਹੁੰਦਾ ਰਹੇਗਾ। ਇਹ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਵਰਸਾਈਆਂ ਹੋਈਆਂ ਮਿਸਲਾਂ ਨੇ। ਔਰ ਸਭ ਤੋਂ ਵੱਡਾ ਪੰਥ ਸ਼੍ਰੋਮਣੀ ਪੰਥ ਬੁੱਢਾ ਦਲ, ਜਿਸ ਵਿੱਚ ਸਾਧ ਸੰਗਤ ਜੀ ਇਹ ਜਾਪ ਰੋਜ਼ ਹੁੰਦਾ ਹੈ, ਇਸ ਤੋਂ ਵੱਡਾ ਪ੍ਰਮਾਣ ਹੋਰ ਕੋਈ ਨਹੀਂ। ਮੈਂ ਇੱਕ ਸ਼ੰਕਾਵਾਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਅੰਦਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਪੁਰਾਤਨ ਪਰਿਵਾਰ ਚੱਲਦੇ ਆ ਰਹੇ ਨੇ ਨਾ, ਹਜੇ ਕਈਆਂ ਨੂੰ ਇਹ ਪਤਾ ਨਹੀਂ, ਤਾਂ ਹੀ ਸਾਧ ਸੰਗਤ ਜੀ ਤਰਕ ਵੱਲ ਚੱਲ ਪੈਂਦੇ ਨੇ। ਬਗੈਰ ਗਿਆਨ ਵਿਹੂਣਾ ਗਾਵੇ ਗੀਤ, ਉਹ ਗੱਲ ਬਣੀ ਪਈ ਹੈ। ਕਿਤੇ ਇਤਿਹਾਸ ਦੇਖਿਓ ਸ਼੍ਰੀ ਹਜ਼ੂਰ ਸਾਹਿਬ ਦਾ ਸਾਧ ਸੰਗਤ ਜੀ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੋਂ ਕਿੰਨੇ ਪਰਿਵਾਰ ਉੱਥੇ ਵਰਸਾਏ ਹੋਏ ਨੇ। ਨਿਸ਼ਾਨਚੀ ਪਰਿਵਾਰ ਹੈ, ਨਗਾਰਚੀ ਪਰਿਵਾਰ ਹੈ, ਰਹਿਰਾਸੀਆ ਪਰਿਵਾਰ ਹੈ,
ਧੂਫੀਆ ਪਰਿਵਾਰ ਹੈ, ਲਾਂਗਰੀ ਪਰਿਵਾਰ ਹੈ, ਗ੍ਰੰਥੀ ਪਰਿਵਾਰ ਹੈ, ਆਰਤੀਆ ਪਰਿਵਾਰ ਹੈ, ਤਖਤ ਇਸ਼ਨਾਨੀਆ ਪਰਿਵਾਰ ਹੈ, ਰਾਗੀ ਪਰਿਵਾਰ ਹੈ ਤੇ ਮਹੰਤ ਪਰਿਵਾਰ ਹੈ ਤੇ ਦਰੋਗੀਆ ਪਰਿਵਾਰ ਹੈ। ਦਰੋਗੀਆ ਪਰਿਵਾਰ ਉਹਨੂੰ ਕਹਿੰਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜੇ ਨੀਲੇ ਦੀ ਸੇਵਾ ਪਰਿਵਾਰ ਕਰਦਾ ਰਿਹਾ ਸੀ। ਅੱਜ ਵੀ ਮੌਜੂਦ ਨੇ। ਬਹੁਤ ਵੱਡੇ ਵਿਸਥਾਰ ਵਿੱਚ ਇਹ ਪਰਿਵਾਰ ਦੱਖਣ ਦੀ ਧਰਤੀ 'ਤੇ ਸਾਧ ਸੰਗਤ ਜੀ ਆਪਣੀਆਂ ਜੜ੍ਹਾਂ ਫੈਲਾਈ ਬੈਠੇ ਨੇ ਔਰ ਇਹ ਜੜ੍ਹਾਂ ਅੱਜ ਪੰਜਾਬ ਤੱਕ ਪਹੁੰਚ ਚੁੱਕੀਆਂ ਨੇ। ਸਾਧ ਸੰਗਤ ਜੀ ਇਹਨਾਂ ਸਾਰੇ ਪਰਿਵਾਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਹੀ ਬ੍ਰਹਮ ਕਵਚ ਬਾਣੀ ਦਾ ਜਾਪ ਹੁੰਦਾ ਹੈ। ਫਿਰ ਸ਼੍ਰੀ ਬੰਦਾ ਘਾਟ ਸਾਹਿਬ ਪਾਵਨ ਅਸਥਾਨ ਦੇ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਪਹਿਲੇ ਜਥੇਦਾਰ ਜਿਹੜੇ ਸਨ ਬਾਬਾ ਸੋਹਣ ਸਿੰਘ ਜੀ, ਜਿਨ੍ਹਾਂ ਦਾ ਇੱਕ ਨਾਮ ਹੋਰ ਪਿਸ਼ੌਰਾ ਸਿੰਘ। ਪਿਸ਼ੌਰਾ ਸਿੰਘ ਉਹਨਾਂ ਨੂੰ ਤਾਂ ਕਹਿੰਦੇ ਸਨ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਸੀ ਲਾਹੌਰ ਪਾਕਿਸਤਾਨ ਪਿਸ਼ੌਰ ਵਿੱਚ ਹੋਇਆ ਸੀ। ਇਹ ਪੈਦਲ ਚੱਲ ਕੇ ਹਜ਼ੂਰ ਸਾਹਿਬ ਬਚਪਨੇ ਵਿੱਚ ਚਲੇ ਗਏ ਸਨ ਔਰ ਉੱਥੇ ਜਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ। ਉਸ ਤੋਂ ਬਾਅਦਾਂ ਸਤਿਕਾਰਯੋਗ ਸਾਧ ਸੰਗਤ ਜੀ ਉੱਥੇ ਤੁਰਕਾਂ ਦੇ ਨਾਲ ਜੰਗ ਹੋਇਆ, ਤੁਰਕਾਂ ਦਾ ਸਿਰ ਝਟਕ ਦਿੱਤਾ। ਉੱਥੋਂ ਝਟਕਾ ਕਰਕੇ ਫਿਰ ਪੰਜਾਬ ਦੀ ਧਰਤੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਵਿੱਚ ਆ ਗਏ। ਬੁੱਢਾ ਦਲ ਦੇ ਵਿੱਚ ਆਣ ਕਰਕੇ ਸੇਵਾ ਕੀਤੀ। ਫਿਰ ਮਹਾਂਪੁਰਖ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਚੇਤ ਸਿੰਘ ਜੀ, ਉਹਨਾਂ ਮਹਾਂਪੁਰਖਾਂ ਤੋਂ ਆਗਿਆ ਲੈ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਸੱਚਖੰਡ ਵਾਸੀ ਜਥੇਦਾਰ ਦਮਦਮੀ ਟਕਸਾਲ, ਉਹਨਾਂ ਮਹਾਂਪੁਰਖਾਂ ਦੇ ਕੋਲ ਬਾਬਾ ਜੀ ਤੋਂ ਆਗਿਆ ਲੈ ਕਰਕੇ ਸੰਥਿਆ ਕਰਨ ਵਾਸਤੇ ਦਮਦਮੀ ਟਕਸਾਲ ਵਿੱਚ ਆਏ। ਇੱਥੋਂ ਸੰਥਿਆ ਕਰਕੇ ਫਿਰ 2-2.5 ਸਾਲ ਦੇ ਕਰੀਬਨ ਨਿਸ਼ਾਨਚੀ ਸਿੰਘ ਦੀ ਸੇਵਾ ਬੁੱਢਾ ਦਲ ਵਿੱਚ ਨਿਭਾ ਕਰਕੇ ਫਿਰ ਬਾਬਾ ਜੀ ਦੀ ਆਗਿਆ ਲੈ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਫਿਰ ਵਾਪਸ ਗਏ ਔਰ ਉੱਥੇ ਜਾ ਕਰਕੇ ਸਾਧ ਸੰਗਤ ਜੀ ਜਿਹੜੀ ਬ੍ਰਹਮ ਕਵਚ ਪਾਵਨ ਗੁਰਬਾਣੀ ਸਾਰੇ ਸ਼ੀਨਾ ਬਸ਼ੀਨਾ ਹੱਥ ਲਿਖਤ ਜਾਂ ਸਾਧ ਸੰਗਤ ਜੀ ਮੂੰਹ ਜ਼ਬਾਨੀ ਕਰਦੇ ਸਨ। ਬਾਬਾ ਜੀ ਹੁਣਾਂ ਨੇ ਪਹਿਲੀ ਵਾਰਾਂ ਉੱਥੇ ਗੁਟਕਾ ਸਾਹਿਬ ਛਿਪਵਾਏ। ਇਸੇ ਤਰ੍ਹਾਂ ਹੀ ਸਤਿਕਾਰਯੋਗ ਸਾਧ ਸੰਗਤ ਜੀ ਦਾਸ ਜਦੋਂ ਸੱਚਖੰਡ ਸਾਹਿਬ ਜੀ ਦੀਆਂ ਵੱਡੀਆਂ ਪਰਿਕਰਮਾ ਹੋ ਰਹੀਆਂ ਸਨ, ਲੰਗਰ ਸਾਹਿਬ ਪਾਵਨ ਅਸਥਾਨ ਦੇ ਮੌਜੂਦਾ ਮਹਾਂਪੁਰਖ ਉਸ ਸਮੇਂ ਦੇ ਸੱਚਖੰਡ ਵਾਸੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਉਹਨਾਂ ਦੀ ਦੇਖ ਰੇਖ ਹੇਠ ਸੱਚਖੰਡ ਦੀਆਂ ਪਰਿਕਰਮਾ ਵੱਡੀਆਂ ਕੀਤੀਆਂ ਜਾ ਰਹੀਆਂ ਸਨ। ਦਾਸ ਦਾ ਖਿਆਲ ਹੈ ਕਰੀਬਨ 1986 ਦੀ ਇਹ ਸੇਵਾ ਹੈ, ਕਿਉਂਕਿ ਦਾਸ ਦੀ ਦਲ ਪੰਥ ਦੇ ਅੰਦਰ ਭਰਤੀ 1988 ਦੁਸਹਿਰੇ ਵਾਲੇ ਦਿਨ ਦੀ ਹੈ। ਸੋ ਸਾਧ ਸੰਗਤ ਜੀ ਉਸ ਸਮੇਂ ਪਰਿਕਰਮਾ ਦੇ ਵਿੱਚ ਕਰੀਬਨ 110-11 ਸਾਲ ਦੀ ਉਮਰ ਦੇ ਬਜ਼ੁਰਗ ਹੁੰਦੇ ਸਨ ਤੇ ਉਹ ਬ੍ਰਹਮ ਕਵਚ ਬਾਣੀ ਦਾ ਜਾਪ ਕਰਦੇ ਸਨ। ਤੇ ਉਦੋਂ ਤਾਂ ਇੰਨਾ ਖਿਆਲ ਨਹੀਂ ਸੀ, ਬਚਪਨਾ ਹੋਣ ਕਾਰਨ ਸਿਰਫ ਸੇਵਾ ਤੇ ਖੇਡਣ ਵਿੱਚ ਤੇ ਸਾਧ ਸੰਗਤ ਜੀ ਸੱਚਖੰਡ ਦੀਆਂ ਪਰਿਕਰਮਾ ਵਿੱਚ ਬੈਠ ਕਰਕੇ ਕਥਾ ਕੀਰਤਨ ਦਾ ਹੀ ਸਿਰਫ ਖਿਆਲ ਹੁੰਦਾ ਸੀ ਤੇ ਇੰਨੀਆਂ ਡੂੰਘੀਆਂ ਵਿਚਾਰਾਂ ਵਿੱਚ ਸਾਧ ਸੰਗਤ ਜੀ ਬਚਪਨਾ ਹੋਣ ਕਰਕੇ ਨਾ ਜਾ ਸਕਿਆ। ਮੇਰੇ ਸਤਿਕਾਰਯੋਗ ਲਾਂਗਰੀ ਪਰਿਵਾਰ ਵਿੱਚੋਂ ਜਸਪਾਲ ਸਿੰਘ ਜੀ ਔਰ ਮੇਰੇ ਸਤਿਕਾਰਯੋਗ ਜੋ ਹਰ ਰੋਜ਼ ਹੁੰਦੀ ਤਖਤ ਸਾਹਿਬ ਤੇ ਕਥਾ ਕਰਵਾਉਂਦੇ ਨੇ ਬਾਬਾ ਵਿਜੈ ਸਿੰਘ ਜੀ, ਉਹ ਮਹਾਂਪੁਰਖ
ਔਰ ਪੁਜਾਰੀ ਪਰਿਵਾਰ ਵਿੱਚੋਂ ਮੇਰੇ ਸਤਿਕਾਰਯੋਗ ਰਾਜਵਿੰਦਰ ਸਿੰਘ ਜੀ ਰੱਜੂ ਔਰ ਮਨਪ੍ਰੀਤ ਸਿੰਘ ਜੀ ਮੰਨੂ ਕੁੰਜੀ ਵਾਲੇ, ਉਹਨਾਂ ਨਾਲ ਵਿਚਾਰ ਹੋਈ ਸੀ ਕਿ ਉਹ ਬਜ਼ੁਰਗ ਸਾਡੇ ਜਿਹੜੇ ਉਹ ਬਜ਼ੁਰਗ ਸਨ, ਉਹਨਾਂ ਦੀ 110 ਸਾਲ ਦੇ ਕਰੀਬਨ ਉਮਰ ਸੀ। ਸਤਿਕਾਰਯੋਗ ਸਾਧ ਸੰਗਤ ਜੀ, ਉਹ ਜਾਪ ਕਰਦੇ ਸਨ। ਉਹ ਕਹਿੰਦੇ ਸਨ ਕਿ ਸਾਡੇ ਦਾਦਾ ਜੀ ਨੇ ਇਹ ਜਾਪ ਕੰਠ ਕਰਵਾਇਆ। ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਨੇ, ਭਾਵ ਤੀਸਰੀ ਚੌਥੀ ਪੀੜ੍ਹੀ ਉਹਨਾਂ ਦੀ ਚੱਲਦੀ ਹੈ। ਅਤੇ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਉਹ ਹਜ਼ੂਰੀ ਸਿੱਖ ਰਹੇ ਨੇ, ਸੇਵਾਦਾਰ ਰਹੇ ਨੇ। ਇਸ ਤੋਂ ਵੱਡਾ ਪ੍ਰਮਾਣ ਸਾਧ ਸੰਗਤ ਜੀ ਆਪਾਂ ਹੋਰ ਕੀ ਦੇ ਸਕਦੇ ਹਾਂ। ਜਿਹੜੇ ਅੱਜ ਕੱਲ੍ਹ ਥੋੜ੍ਹੀ ਬਹੁਤੀ ਵਿੱਦਿਆ ਪੜ੍ਹੇ, ਕਾਲਜਾਂ ਦੀਆਂ ਪੜ੍ਹਾਈਆਂ ਪੜ੍ਹੇ, ਉਹਨਾਂ ਨੂੰ ਇਹੀ ਲੱਗਦਾ ਹੈ ਕਿ ਬਸ ਇਹ ਜਿਹੜਾ ਸਾਹਮਣੇ ਲਿਖਿਆ ਹੈ ਇਹ ਇੰਨਾ ਕੀ ਹੋਵੇਗਾ, ਇਸ ਦੀ ਬੈਕਗਰਾਉਂਡ ਪਿਛਲਾ ਇਸ ਦਾ ਇਤਿਹਾਸ ਕੋਈ ਨਹੀਂ। ਸਾਧ ਸੰਗਤ ਜੀ, ਇਹ ਤਾਂ ਸ਼ੀਨਾ ਬਸ਼ੀਨਾ ਇਤਿਹਾਸ ਚੱਲਦਾ ਆ ਰਿਹਾ ਹੈ ਔਰ ਇਹ ਸ਼ੀਨਾ ਬਸ਼ੀਨਾ ਗੁਰਬਾਣੀ ਬ੍ਰਹਮ ਕਵਚ ਦਾ ਜਾਪ ਚੱਲਦਾ ਆ ਰਿਹਾ ਹੈ। ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ 12 ਮਿਸਲਾਂ ਵਿੱਚ ਇਹ ਮਹਾਰਾਜ ਦੇ ਸਮੇਂ ਤੋਂ ਜਾਪ ਚੱਲਦਾ ਆਉਂਦਾ ਹੈ, ਉੱਥੇ ਸਾਧ ਸੰਗਤ ਜੀ ਉਹਨਾਂ ਸਾਰੇ ਪਰਿਵਾਰ ਜੋ ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ, ਵਿਰਾਜਦੇ ਨੇ, ਸਾਧ ਸੰਗਤ ਜੀ ਸੇਵਾ ਕਰਦੇ ਨੇ, ਸਾਡੇ ਨਾਲੋਂ ਜ਼ਿਆਦਾ ਉਹਨਾਂ ਦਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਨਿਹੰਗ ਸਿੰਘ ਤਿਆਰ ਬਰ ਤਿਆਰ ਬਾਣੀ ਦੇ ਨਾਲ ਸਾਧ ਸੰਗਤ ਜੀ ਪਿਆਰ ਹੈ। ਇਹਨਾਂ ਨਾਲੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਰਾਮਗੜੀਆ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਜੋ ਰਾਮਗੜੀਏ ਸਿੱਖ ਉੱਥੇ ਵਸੇ ਨੇ, ਅੱਜ ਵੀ ਸਾਧ ਸੰਗਤ ਜੀ ਉਹਨਾਂ ਸ਼੍ਰੋਮਣੀ ਪਰਿਵਾਰਾਂ ਦੇ ਵਿੱਚੋਂ ਸਾਧ ਸੰਗਤ ਜੀ ਸਤਿਕਾਰਯੋਗ ਰਵੀ ਸਿੰਘ ਜੀ ਬੁੰਗਈ, ਇਹਨਾਂ ਦਾ ਪਰਿਵਾਰ ਇਹ ਸ਼੍ਰੋਮਣੀ ਪਰਿਵਾਰ ਹੈ। ਇਸ ਪਰਿਵਾਰ ਦੇ ਵਿੱਚ ਵੀ ਬ੍ਰਹਮ ਕਵਚ ਬਾਣੀ ਦਾ ਜਾਪ ਹੁੰਦਾ ਹੈ। ਇਹਨਾਂ ਦੇ ਮਾਮਾ ਜੀ ਸਤਿਕਾਰਯੋਗ ਬਾਬਾ ਸਰਦਾਰਾ ਸਿੰਘ ਜੀ, ਜਿਨ੍ਹਾਂ ਨੇ ਜਥੇਬੰਦੀਆਂ ਦਾ ਸਾਰਾ ਤਾਲਮੇਲ ਹਜ਼ੂਰ ਸਾਹਿਬ ਦੇ ਨਾਲ ਜੋੜ ਕਰਕੇ ਰੱਖਿਆ ਸੀ। ਬਚਪਨੇ ਤੋਂ ਹੀ ਉੱਥੋਂ ਕੁਝ ਸਿੰਘ ਲੈਣੇ, ਬੜੇ ਔਖੇ ਸਫ਼ਰ ਕੱਟਦਿਆਂ ਹੋਇਆਂ, ਬੜੇ ਔਖੇ ਸਾਧ ਸੰਗਤ ਜੀ ਪੰਜਾਬ ਦੀ ਧਰਤੀ ਤੱਕ ਉਹ ਪਹੁੰਚਦੇ ਸਨ। ਇੱਕ ਤਾਂ ਉਦੋਂ ਮਾਹੌਲ ਵੀ ਬਹੁਤ ਖਰਾਬ ਸੀ, ਫਿਰ ਵੀ ਇੱਥੇ ਪਹੁੰਚ ਕਰਕੇ ਸਾਧ ਸੰਗਤ ਜੀ ਪਹਿਲਾਂ ਬੁੱਢਾ ਦਲ ਵਿੱਚ ਜਾ ਕਰਕੇ ਹਾਜ਼ਰੀ ਭਰਨੀ, ਫਿਰ ਦਾਸ ਦਾ ਸ਼੍ਰੀ ਬਾਬਾ ਬਕਾਲਾ ਸਾਹਿਬ ਜਥੇਬੰਦੀ ਵਿੱਚ ਹੋਣ ਕਰਕੇ ਬਾਬਾ ਬਕਾਲਾ ਸਾਹਿਬ ਤਰਨਾ ਦਲ ਦੇ ਵਿੱਚ ਆਣ ਕਰਕੇ ਹਾਜ਼ਰੀ ਭਰਨੀ ਉਹਨਾਂ ਨੇ, ਫਿਰ ਸੰਪਰਦਾਇ ਦਲ ਬਾਬਾ ਬਿਧੀ ਚੰਦ ਵਿੱਚ ਜਾਣਾ, ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਹਰੀਆਂ ਬੇਲਾ ਸਾਹਿਬ ਜਥੇਬੰਦੀ ਵਿੱਚ ਦਲ ਪੰਥ ਦੇ ਵਿੱਚ ਆਉਣਾ। ਇੱਕ ਇੱਕ ਦੋ ਦੋ ਚਾਰ ਚਾਰ ਦਿਨ ਜਿੰਨਾ ਸਮਾਂ ਉਹ ਜਥੇਬੰਦੀਆਂ ਵਿੱਚ ਵਿਚਰਦੇ ਸਨ ਸਾਧ ਸੰਗਤ ਜੀ, ਉਹ ਸਾਰਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਵਰਤਾਰੇ ਸਾਖੀਆਂ ਸੁਣਾਉਂਦੇ ਹੁੰਦੇ ਸਨ ਅਤੇ ਦਲ ਪੰਥ ਦੇ ਕੋਲੋਂ ਸੁਣ ਕੇ ਜਾ ਕਰਕੇ ਉੱਥੇ ਸਾਧ ਸੰਗਤ ਜੀ ਸੰਗਤਾਂ ਨੂੰ ਉਹ ਸੁਣਾਉਂਦੇ ਸਨ। ਭਾਵ ਐਸੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦਾ ਸਾਰਿਆਂ ਦਾ ਨਾਮ ਤਾਂ ਜਿਹੜੇ ਸ਼੍ਰੋਮਣੀ ਪਰਿਵਾਰਾਂ ਦੇ ਵਿੱਚ ਨੇ ਸਾਧ ਸੰਗਤ ਜੀ, ਦਾਸ ਸਮਾਂ ਥੋੜ੍ਹਾ ਹੋਣ ਕਰਕੇ ਲੈ ਨਹੀਂ ਸਕਦਾ। ਇਹ ਤਾਂ ਸਿਰਫ ਇੱਕ ਸ਼ੰਕਾਵਾਦੀਆਂ ਨੂੰ ਦਾਸ ਨੇ ਜਵਾਬ ਦਿੱਤਾ ਹੈ ਕਿ ਇਸ ਤੋਂ ਵੱਡਾ ਪ੍ਰਮਾਣ ਹੋਰ ਕੋਈ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਥੇਬੰਦੀ ਪੂਰਨ ਬ੍ਰਹਮ ਗਿਆਨੀ ਬਾਬਾ ਜੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ 'ਤੇ ਚਲਦੀ ਹੋਈ ਸਤਿਗੁਰਾਂ ਦੇ ਸਮੇਂ ਤੋਂ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ 12 ਮਿਸਲਾਂ ਵਿੱਚ ਇਹ ਜਾਪ ਹੁੰਦਾ ਹੈ। ਇਸ ਤੋਂ ਵੱਡਾ ਹੋਰ ਪ੍ਰਮਾਣ ਕੋਈ ਨਹੀਂ। ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਤਾਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖਾਂ ਨੂੰ ਔਰ 12 ਮਿਸਲਾਂ ਦੇ ਜਥੇਦਾਰ ਸਿੰਘ ਸਾਹਿਬਾਨਾਂ ਨੂੰ ਇਹ ਬੇਨਤੀ ਕਰਾਂਗਾ ਕਿ 100 ਸਾਲ ਤੋਂ ਵਧੇਕ ਸਮਾਂ ਇਹਨਾਂ ਮਿਸਲਾਂ ਨੇ, ਬੁੱਢਾ ਦਲ ਨੇ ਸਾਧ ਸੰਗਤ ਜੀ ਘੋੜਿਆਂ ਦੀਆਂ ਕਾਠੀਆਂ 'ਤੇ
ਸਮਾਂ ਜਿਹੜਾ ਗੁਜ਼ਾਰਿਆ। ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕਰਕੇ ਗੁਰਧਾਮਾਂ ਦੀ ਰਾਖੀ ਕੀਤੀ, ਮਜ਼ਲੂਮਾਂ ਦੀ ਰਾਖੀ ਕੀਤੀ, ਜੰਗ ਜੁੱਧ ਲੜੇ, ਚੜ੍ਹ ਕੇ ਆਉਂਦੇ ਜਰਵਾਨਿਆਂ ਤੋਂ ਹਿੰਦੁਸਤਾਨ ਦੀ ਧਰਤੀ ਨੂੰ ਬਚਾਇਆ। ਸਿੱਖ ਧਰਮ ਨੂੰ ਸਾਧ ਸੰਗਤ ਜੀ ਰੱਖਿਆ ਦਾ ਕਵਚ ਬਣ ਕੇ ਜੰਗਲਾਂ ਵਿੱਚ ਰਹੇ ਨੇ। ਸਾਧ ਸੰਗਤ ਜੀ ਐਸੇ ਮਹਾਨ ਸ਼੍ਰੋਮਣੀ ਪੰਥ ਜਥੇਬੰਦੀ ਬੁੱਢਾ ਦਲ ਦੇ ਮਹਾਂਪੁਰਖ, ਇਸ ਜਥੇਬੰਦੀ ਵਿੱਚ ਸਾਧ ਸੰਗਤ ਜੀ ਜਿਨ੍ਹਾਂ ਜਥੇਦਾਰਾਂ ਦੀ, ਸਿੰਘ ਸਾਹਿਬਾਨਾਂ ਦੀ ਸਥਾਪਨਾ ਹੁੰਦੀ ਹੈ, ਇਹ ਛੋਟੀ ਮੋਟੀ ਗੱਲ ਨਹੀਂ। ਸਾਧ ਸੰਗਤ ਜੀ ਸਭ ਤੋਂ ਪਹਿਲਾਂ ਘੋੜ ਸਵਾਰੀ ਵਿੱਚ ਨਿਪੁੰਨ ਹੋਣਾ ਚਾਹੀਦਾ। ਇੱਕ ਇੱਕ, ਦੋ ਦੋ, ਚਾਰ ਚਾਰ ਘੋੜੇ ਭਜਾਉਣ ਵਿੱਚ ਨਿਪੁੰਨ ਹੋਣਾ ਚਾਹੀਦਾ। ਸ਼ਸਤਰ ਵਿੱਦਿਆ ਵਿੱਚ ਪੂਰਨ ਹੋਣਾ ਚਾਹੀਦਾ ਹੈ। ਦਸਮ ਸ਼੍ਰੀ ਸਰਬਲੋਹ ਦੀ ਪਾਵਨ ਗੁਰਬਾਣੀ ਦਾ ਸੰਥਿਆਈ ਹੋਣਾ ਚਾਹੀਦਾ ਹੈ। ਫਿਰ ਪਲਟਾ ਕਰਨਾ ਆਉਣਾ ਚਾਹੀਦਾ ਹੈ, ਲੋਈਏ ਕਰਨੇ ਆਉਣੇ ਚਾਹੀਦੇ ਨੇ, ਦਾਲ ਬਣਾਉਣੀ ਆਉਣੀ ਚਾਹੀਦੀ ਹੈ, ਪ੍ਰਸ਼ਾਦੇ ਵੇਲਣੇ ਆਉਣੇ ਚਾਹੀਦੇ ਨੇ। ਸਾਧ ਸੰਗਤ ਜੀ ਚੰਡਾ ਕਰਨਾ ਆਉਣਾ ਚਾਹੀਦਾ ਹੈ। ਸਾਰੇ ਗੁਣ ਨੇ। ਜਦੋਂ ਇਹਨਾਂ ਤਮਾਮ ਸਾਰੇ ਗੁਣਾਂ ਵਿੱਚ ਨਿਪੁੰਨ ਹੋ ਜਾਂਦਾ ਹੈ ਸਾਧ ਸੰਗਤ ਜੀ, ਫਿਰ ਇਸ ਜਥੇਬੰਦੀ ਵਿੱਚ ਇਸ ਪੰਥ ਦੀ ਦਸਤਾਰਬੰਦੀ ਉਸ ਸਿੰਘ ਸਾਹਿਬ ਨੂੰ ਹੁੰਦੀ ਹੈ, ਕਿਉਂਕਿ ਇਹ ਪੰਥ ਜਿਹੜਾ ਹੈ ਪੰਜਵਾਂ ਤਖਤ ਹੈ, ਚੱਲਦਾ ਵਹੀਰ ਹੈ, ਚੱਕਰਵਰਤੀ ਹੈ। ਸੋ ਮੈਂ ਬੇਨਤੀ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖਾਂ ਨੂੰ ਔਰ ਸਾਰੀਆਂ 12 ਮਿਸਲਾਂ ਦੇ ਸਿੰਘ ਸਾਹਿਬ ਜਥੇਦਾਰਾਂ ਨੂੰ ਕਿ 100 ਸਾਲ ਤੋਂ ਵਧੇਕ ਦਾ ਸਮਾਂ ਜਥੇਬੰਦੀਆਂ ਨੇ, ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਘੋੜਿਆਂ ਦੀਆਂ ਕਾਠੀਆਂ ਉੱਪਰ ਬਤੀਤ ਕੀਤਾ ਹੈ। ਫਿਰ ਵੀ ਮਾਣ ਕੋਈ ਨਹੀਂ, ਅਹੰਕਾਰ ਕੋਈ ਨਹੀਂ। ਅੱਜ ਵੀ ਜਿਵੇਂ ਪਹਿਲਾਂ ਉਹ ਜੰਗਲਾਂ 'ਚ ਰਹਿੰਦੇ ਸਨ ਸਿੰਘ, ਸਾਧ ਸੰਗਤ ਜੀ ਅੱਜ ਵੀ ਇਹ ਨਗਰਾਂ ਦੇ ਵਿੱਚ ਬਾਰ-ਬਾਰ ਪੜਾਵ ਲਾ ਕੇ ਤੰਬੂਆਂ ਦੇ ਵਿੱਚ ਰਹਿੰਦੇ ਨੇ। ਸਾਧ ਸੰਗਤ ਜੀ ਜੇ ਮਾਣ ਅਹੰਕਾਰ ਹੁੰਦਾ ਤਾਂ ਇਹ ਵੱਡੇ ਵੱਡੇ ਮਹਿਲ ਉਸਾਰ ਕੇ ਤੇ ਹੋਰ ਲੋਕਾਂ ਵਾਂਗ, ਮੰਤਰੀਆਂ ਵਾਂਗ ਸਾਧ ਸੰਗਤ ਜੀ ਇਹ ਐਸ਼ੋ ਆਰਾਮ ਦੀ ਜ਼ਿੰਦਗੀ ਭੁਗਤ ਸਕਦੇ ਨੇ, ਪਰ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਇਸ ਸਾਰੇ ਰਚੇ ਹੋਏ ਇਸ ਸੰਸਾਰ ਦੇ ਵਿੱਚ ਪਸਾਰੇ ਨੂੰ ਸੰਭਾਲਣ ਵਾਸਤੇ, ਬਾਣੇ ਨੂੰ ਸਾਧ ਸੰਗਤ ਜੀ ਸੰਭਾਲ ਕੇ ਰੱਖਣ ਵਾਸਤੇ, ਜੋ ਖਾਲਸੇ ਪੰਥ ਦਾ ਪ੍ਰਤੀਕ ਹੈ, ਸ਼ਸਤਰਾਂ ਨੂੰ ਸਾਧ ਸੰਗਤ ਜੀ ਸੰਭਾਲ ਕੇ ਰੱਖਣ ਵਾਸਤੇ ਇਹਨਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਹੈ। ਸੋ ਮੈਂ ਬੇਨਤੀ ਕਰਾਂਗਾ ਕਿ ਸਤਿਕਾਰਯੋਗ ਸਾਧ ਸੰਗਤ ਜੀ ਕਿ ਬਾਬਾ ਜੀ ਇਹ ਉਦਮ ਉਪਰਾਲਾ ਕਰਨ ਕਿ ਸਾਰੇ ਦਮਦਮੀ ਟਕਸਾਲ ਦੇ ਪੁਰਾਤਨ ਵਿਦਵਾਨ, ਤੁਸੀਂ ਨੈੱਟ 'ਤੇ ਸੁਣ ਸਕਦੇ ਹੋ, ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਖ, ਭਗਤ ਜੀ ਕੈਨੇਡਾ ਵਾਲੇ, ਦਮਦਮੀ ਟਕਸਾਲ ਦੇ ਵਿਦਿਆਰਥੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਸਾਥੀ ਰਹੇ ਨੇ, ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਸਾਥ ਨਿਭਾਇਆ ਹੈ ਭਗਤ ਜੀ ਹੁਣਾਂ ਨੇ। ਇੰਗਲੈਂਡ ਵਿੱਚ ਸਤਿਕਾਰਯੋਗ ਸਾਧ ਸੰਗਤ ਜੀ ਬਾਬਾ ਮੋਹਨ ਸਿੰਘ ਜੀ, ਬਹੁਤ ਸਾਰੇ ਵਿਦਵਾਨ ਅਮਰੀਕਾ ਵਿੱਚ, ਇਟਲੀ ਵਿੱਚ, ਜਰਮਨ ਵਿੱਚ, ਫਰਾਂਸ ਵਿੱਚ ਸਾਧ ਸੰਗਤ ਜੀ ਜਿਹੜੇ ਪੁਰਾਤਨ ਵਿਦਵਾਨ ਜਿਹੜੇ ਨੇ ਉਹ ਸਤਿਕਾਰਯੋਗ ਸਾਧ ਸੰਗਤ ਜੀ ਰਹਿੰਦੇ ਹੋਏ ਉੱਥੇ ਉਗਰਦੰਤੀ ਤੇ ਬ੍ਰਹਮ ਕਵਚ ਦਾ ਜਾਪ ਕਰਦੇ ਨੇ ਤੇ ਉਹਨਾਂ ਨੇ ਦਾਸ ਨਾਲੋਂ ਵੀ ਚੰਗੀ ਵਿਆਖਿਆ ਬ੍ਰਹਮ ਕਵਚ ਦੀ ਕੀਤੀ ਹੈ। ਮੇਰੇ ਸਤਿਕਾਰਯੋਗ ਸਿੰਘ ਸਾਹਿਬ ਮਹਾਂਪੁਰਸ਼ ਗਿਆਨੀ ਮੋਹਨ ਸਿੰਘ ਜੀ, ਸਤਿਕਾਰਯੋਗ ਸਿੰਘ ਭਿੰਡਰ ਕਲਾਂ ਵਾਲੇ ਮਹਾਂਪੁਰਖ, ਉਹਨਾਂ ਨੇ ਵੀ ਬ੍ਰਹਮ ਕਵਚ ਦੀ ਬਾਣੀ ਬਾਬਤ ਬੜੇ ਉਹਨਾਂ ਦੇ ਵਡਮੱਲੇ ਬੋਲ ਨੇ। ਸੋ ਸਤਿਕਾਰਯੋਗ ਸਾਧ ਸੰਗਤ ਜੀ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਇਸ ਪਾਵਨ ਬਾਣੀ ਦਾ ਜਾਪ ਕਰਦੀਆਂ ਨੇ, ਉੱਥੇ ਦਮਦਮੀ ਟਕਸਾਲ ਦੇ ਮਹਾਂਪੁਰਖ ਵਿਦਿਆਰਥੀ ਸਾਧ ਸੰਗਤ ਜੀ ਇਸ ਬਾਣੀ ਦਾ ਜਾਪ ਕਰਦੇ ਨੇ। ਨਿਰਮਲ ਪੰਥ ਦੇ ਮਹਾਂਪੁਰਖ ਸਾਧ ਸੰਗਤ ਜੀ, ਉਦਾਸੀਨ ਸੰਪਰਦਾ ਦੇ ਮਹਾਂਪੁਰਖ ਜਾਪ ਕਰਦੇ ਨੇ। ਫਿਰ ਹੋਰ ਬੇਅੰਤ ਸਿੱਖ ਸੰਗਤਾਂ ਦੇ ਵਿੱਚ ਦਾਸ ਇਹ ਕਹਿਣ ਤੋਂ ਗੁਰੇਜ਼ ਨਹੀਂ ਕਰੇਗਾ
ਕਿ 100 ਦੇ ਵਿੱਚੋਂ ਸਾਧ ਸੰਗਤ ਜੀ 85% ਸਿੰਘ ਜਿਹੜੇ ਨੇ ਗੁਰੂ ਕੀ ਲਾਡਲੀ ਫੌਜ ਔਰ ਸਿੱਖ ਸੰਗਤਾਂ ਬ੍ਰਹਮ ਕਵੀ ਦੀ ਬਾਣੀ ਦਾ ਜਾਪ ਕਰਦੀਆਂ ਨੇ। ਸੋ ਇਹ ਮਹਾਂਪੁਰਖਾਂ ਨੂੰ, ਜਥੇਬੰਦੀਆਂ ਨੂੰ ਉੱਦਮ ਕਰਨਾ ਚਾਹੀਦਾ ਹੈ ਕਿ ਵਿਦਵਾਨਾਂ ਨੂੰ ਉਗਰਦੰਤੀ ਅਤੇ ਬ੍ਰਹਮ ਕਵਚ ਦੇ ਜਾਪ ਦੀ ਵਿਸ਼ੇਸ਼ ਤੌਰ 'ਤੇ ਸੰਥਿਆ ਦੇ ਕਰਕੇ, ਗਿਆਨ ਕਰਵਾ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਬਾਣੀ ਦਾ ਸੁਚੱਜੇ ਢੰਗ ਦੇ ਨਾਲ ਪ੍ਰਚਾਰ ਕੀਤਾ ਜਾਵੇ। ਬਹੁਤ ਚੰਗੀ ਗੱਲ ਆ ਜੇ ਦਸਮ ਪਾਵਨ ਗੁਰਬਾਣੀ ਦਾ ਸਾਧ ਸੰਗਤ ਜੀ ਕਿੰਤੂ ਪਰੰਤੂ ਹੋਇਆ ਸੀ ਅਤੇ ਅੱਜ ਘਰ ਘਰ ਦੇ ਵਿੱਚ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਦੀਆਂ ਸੈਂਚੀਆਂ ਮੌਜੂਦ ਨੇ, ਸੰਗਤਾਂ ਦੇ ਹੱਥਾਂ ਵਿੱਚ ਗੁਟਕੇ ਆ ਚੁੱਕੇ ਨੇ। ਇਹ ਤਾਂ ਉਦਮ ਉਪਰਾਲਾ ਹੈ। ਅਕਾਲ ਪੁਰਖ ਪਰਮਾਤਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਈ ਨਾ ਕੋਈ ਸਾਡੇ ਕੋਲ ਜ਼ਰੀਆ ਐਸਾ ਬਣਾ ਦਿੰਦੇ ਨੇ ਕਿ ਅਸੀਂ ਫਿਰ ਉਸ ਰਾਸਤੇ ਚੱਲ ਪੈਂਦੇ ਹਾਂ। ਬਹੁਤ ਚੰਗੀ ਗੱਲ ਆ ਕਿ ਸਾਨੂੰ ਇੱਕ ਸਮਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਗਾ ਦਿੱਤਾ ਹੈ ਕਿ ਭਾਈ ਖਾਲਸਾ ਜੀ ਜਾਗੋ, ਜਾਗ ਕੇ ਤੇ ਬਾਣੀ ਦਾ ਪ੍ਰਚਾਰ ਕਰੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਾਸ ਤੁੱਛ ਹੈ। ਇਹ ਇਸ ਕਰਕੇ ਦਾਸ ਆਪ ਸੰਗਤਾਂ ਦੇ ਰੂਬਰੂ ਹੋਇਆ ਹੈ ਕਿ ਕੁਝ ਸਮੇਂ ਤੋਂ ਬਾਹਰੋਂ ਵੀ ਦਾਸ ਨੂੰ ਬਹੁਤ ਸਾਰੇ ਫੋਨ ਆਏ ਨੇ ਕਿ ਇਸ ਬਾਣੀ ਬਾਬਤ ਕੁਝ ਵਿਚਾਰ ਸਾਂਝੀ ਕੀਤੀ ਜਾਵੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਮੇਰੇ ਸਤਿਕਾਰਯੋਗ ਬਾਬਾ ਜੀ ਸ਼੍ਰੀਮਾਨ ਬਾਬਾ ਨਾਗਰ ਸਿੰਘ ਜੀ, ਬਾਬਾ ਬਕਾਲਾ ਸਾਹਿਬ, ਫਿਰ ਹੋਰ ਸਾਧ ਸੰਗਤ ਜੀ, ਦਲ ਬਾਬਾ ਬਿਧੀ ਚੰਦ, ਹੋਰ ਜਿਹੜੇ ਨਿਹੰਗ ਸਿੰਘ ਵਿਦਵਾਨ ਨੇ, ਉਹਨਾਂ ਵੱਲੋਂ ਦਾਸ ਨੂੰ ਹੁਕਮ ਆਇਆ ਸੀ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।